ਹੈ ਕਣਕ ਦੀ ਕੀਮਤ ਨੂੰ ਲੈ ਕੇ ਗੱਲ ਚਾਹੇ ਵਪਾਰੀਆਂ ਦੀ ਹੋਵੇ ਜਾਂ ਫਿਰ ਕਿਸਾਨਾਂ ਦੀ ਮਜ਼ਦੂਰਾਂ ਦੀ। ਕਣਕ ਦਾ ਇਸ ਵਾਰ ਜਿਹੜਾ ਭਾਰਤ ਸਰਕਾਰ ਦੁਆਰਾ ਰੇਟ ਫਿਕਸ ਕੀਤਾ ਗਿਆ ਉਹ ਘੱਟੋ ਘੱਟ ਸਮਰਥਨ ਮੁੱਲ 2015 ਰੁਪਏ ਤੈਅ ਕੀਤਾ ਗਿਆ। ਪਰ ਹੁਣੇ ਹੀ ਰੂਸ ਯੂਕਰੇਨ ਯੁੱਧ ਦੇ ਚੱਲਦਿਆਂ ਕਣਕ ਦੀ ਘੱਟੋ ਘੱਟ ਕੀਮਤ 3000 ਦੇ ਲਗਭਗ ਕੁਝ ਰਾਜਾਂ ਦੇ ਵਿੱਚ ਪਹੁੰਚ ਚੁੱਕੀ ਹੈ। ਗੱਲ ਕਰੀਏ ਰੂਸ ਯੂਕਰੇਨ ਯੁੱਧ ਦੀ ਤਾਂ ਇਸ ਦਾ ਅਸਰ ਹੁਣ ਪੂਰੀ ਦੁਨੀਆ ਉੱਤੇ ਵਿਖਾਈ ਦੇਣ ਲੱਗਿਆ ਹੈ। ਪੈਟਰੋਲ ਤੋਂ ਲੈ ਕੇ ਖਾਣ ਪੀਣ ਦੇ ਤੇਲ ਦੀਆਂ ਕੀਮਤਾਂ ਵੱਧ ਗਈਆਂ ਨੇ। ਹਾਲਾਂਕਿ ਕੀਮਤਾਂ ਦੇ ਵਿੱਚ ਘਾਟਾ ਵਾਧਾ ਭਾਰਤ ਦੇ ਵਿੱਚ ਕਿਤੇ ਘਾਟਾ ਹੈ ਤਾਂ ਕਿਤੇ ਫਾਇਦਾ ਵੀ ਹੈ। ਜੇਕਰ ਸੰਸਾਰ ਮਾਰਕੀਟ ਦੇ ਵਿੱਚ ਕਣਕ ਦੀ ਭਾਰੀ ਮੰਗ ਦੇ ਚੱਲਦਿਆਂ ਕਣਕ ਦੀ ਘੱਟੋ ਘੱਟ ਸਮਰਥਨ ਮੁੱਲ ਉੱਪਰ ਪਹੁੰਚ ਗਿਆ। ਰਤਲਾਮ ਮੰਡੀ ਦੇ ਵਿੱਚ ਇੱਕ ਕਿਸਾਨ ਨੂੰ 3000 ਰੁਪਏ ਪ੍ਰਤੀ ਕੁਇੰਟਲ ਇਸ ਦਾ ਜਿਹੜਾ ਰੇਟ ਹੈ ਉਹ ਮਿਲਿਆ। ਅੱਗੇ ਗੱਲ ਕਰਦੇ ਹਾਂ ਆਪਾਂ ਅਗਲੇ ਆਉਣ ਵਾਲੇ ਸਮੇਂ ਦੀ ਕਿ ਫਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਰੂਸ ਯੂਕਰੇਨ ਯੁੱਧ ਤੋਂ ਬਾਅਦ ਵਿਸ਼ਵ ਬਾਜ਼ਾਰ ਵਿੱਚ ਭਾਰਤ ਦੇ ਕਣਕ ਦੀ ਮੰਗ ਵੱਧ ਗਈ ਹੈ, ਜਿਸ ਦੇ ਚੱਲਦਿਆਂ ਦੇਸ਼ ਦੀਆਂ ਕਈ ਮੰਡੀਆਂ ਦੇ ਵਿੱਚ ਕਣਕ ਘੱਟੋ ਘੱਟ ਸਮਰਥਨ ਮੁੱਲ ਤੋਂ 200 ਤੋਂ ਲੈ ਕੇ 500 ਰੁਪਏ ਉੱਪਰ ਵਿਕ ਰਿਹਾ ਹੈ। ਸੋਮਵਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੱਧ ਪ੍ਰਦੇਸ਼ ਦੇ ਰਤਲਾਮ ਮੰਡੀ ਦੇ ਵਿੱਚ A ਗ੍ਰੇਡ ਦੀ ਕਣਕ 3000 ਰੁਪਏ ਪ੍ਰਤੀ ਕੁਇੰਟਲ ਵਿਕੀ ਹੈ, ਜਦੋਂ ਕਿ ਪਿਛਲੇ ਇੱਕ ਹਫ਼ਤੇ ਤੋਂ ਮੰਦਸੌਰ ਮੰਡੀ ਦੇ ਵਿੱਚ ਵੀ 2200 ਤੋਂ 2400 ਰੁਪਏ ਕੁਇੰਟਲ ਚੱਲ ਰਹੀ ਹੈ। ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਦੇ ਕਿਸਾਨ ਮਹੀਪਾਲ ਸਿੰਘ ਸੁਨਾਗਰਾ ਜਿਹੜੇ ਕਿ 40 ਸਾਲਾਂ ਦੇ ਨੇ, ਉਹਨਾਂ ਮੁਤਾਬਕ 7 ਫਰਵਰੀ ਨੂੰ ਖੇਤੀ ਉਪਜ ਮੰਡੀ ਸਮਿਤੀ ਰਤਲਾਮ ਦੇ ਵਿੱਚ ਉਹਨਾਂ ਦਾ 22 ਕੁਇੰਟਲ ਕਣਕ ਜਿਹੜੀ ਸੀ ਉਹ ਲੈ ਕੇ ਪਹੁੰਚੇ ਸਨ, ਜਿਸ ਦਾ ਉਹਨਾਂ ਨੂੰ 3000 ਰੁਪਏ ਪ੍ਰਤੀ ਕੁਇੰਟਲ ਰੇਟ ਮਿਲਿਆ। ਇਸ ਤਰ੍ਹਾਂ ਹੀ ਇੱਕ ਹੋਰ ਪੁਸ਼ਟੀ ਕਰਦੇ ਹੋਏ ਮਹੀਪਾਲ ਨੇ ਕਿਹਾ ਕਿ ਸੋਮਵਾਰ ਨੂੰ 22 ਕੁਇੰਟਲ ਗੇਹੂੰ ਉਹਨਾਂ ਨੇ 3000 ਰੁਪਏ ਨੂੰ ਜਿਹੜਾ ਵੇਚਿਆ ਸੀ, ਜਦੋਂ ਕਿ ਸ਼ਨੀਵਾਰ ਨੂੰ ਉਹਨਾਂ ਨੇ ਜਿਹੜਾ 50 ਕੁਇੰਟਲ ਕਣਕ ਵੇਚੀ ਸੀ ਉਹ 2800 ਰੁਪਏ ਰੇਟ ਮਿਲਿਆ। ਦੋਸਤੋ ਗੱਲ ਕੀਤੀ ਜਾਵੇ ਭਾਰਤ ਸਰਕਾਰ ਦੀ ਤਾਂ ਭਾਰਤ ਸਰਕਾਰ ਦੀ ਵੀ ਤਾਜ਼ਾ ਰਿਪੋਰਟ ਆ ਰਹੀ ਕਿ ਕਣਕ ਦੇ ਰੇਟ ਨੂੰ ਲੈ ਕੇ ਕਾਫੀ ਜ਼ਿਆਦਾ ਸਰਕਾਰ ਜਿਹੜੀ ਹੈ ਉਹ ਚੁਕੰਨੀ ਹੈ, ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਜੇ ਗੱਲ ਕਰੀ ਜਾਵੇ ਰੂਸ ਯੂਕਰੇਨ ਯੁੱਧ ਦੀ, ਇਸ ਤੋਂ ਇਲਾਵਾ ਸੰਸਾਰ ਦੇ ਕਈ ਦੇਸ਼ਾਂ ਦੇ ਵਿੱਚ ਇਸ ਵਾਰ ਕਣਕ ਦਾ ਉਤਪਾਦਨ ਘਟਿਆ ਤੇ ਕਈ ਥਾਵਾਂ ਤੇ ਜਿੱਥੇ ਵਢਾਈ ਹੋ ਰਹੀ ਹੈ ਉੱਥੇ ਵੀ ਘਟਣ ਦੇ ਆਸਾਰ ਨੇ। ਜੇ ਭਾਰਤ ਦੀ ਗੱਲ ਕੀਤੀ ਜਾਵੇ, ਭਾਰਤ ਦੇ ਕੁਝ ਰਾਜਾਂ ਨੂੰ ਛੱਡ ਕੇ ਕੁਝ ਰਾਜਾਂ ਵਿੱਚ ਇਸ ਦਾ ਉਤਪਾਦਨ ਜ਼ਿਆਦਾ ਹੋਣ ਦੀ ਉਮੀਦ ਹੈ, ਪਰ ਕਿਸਾਨਾਂ ਨੂੰ ਇਸ ਵਾਰ ਲੱਗਦਾ ਹੈ ਕਿ ਜਿਹੜਾ ਰੇਟ ਘੱਟੋ ਘੱਟ ਸਮਰਥਨ ਮੁੱਲ ਹੈ ਉਸ ਤੋਂ ਵੀ ਕਾਫੀ ਜ਼ਿਆਦਾ ਕੀਮਤ ਮਿਲ ਸਕਦੀ। ਜੇਕਰ ਯੁੱਧ ਲੰਬਾ ਚੱਲਦਾ ਹੈ ਤਾਂ ਭਾਰਤ ਦੀਆਂ ਪੌਂ 12 ਹੋਣਗੀਆਂ। ਭਾਰਤ ਦੀ ਕਣਕ ਜਿਹੜੀ ਹੈ ਸੰਸਾਰ ਦੇ ਕਈ ਰਾਜਾਂ ਦੇ ਵਿੱਚ ਹੁਣੇ ਹੀ ਮੰਗ ਵੱਧ ਗਈ ਹੈ। ਰੂਸ ਯੂਕਰੇਨ ਦੇ ਵਿੱਚ ਯੁੱਧ ਤੋਂ ਬਾਅਦ ਕਣਕ ਦੀਆਂ ਕੀਮਤਾਂ ਦੇ ਵਿੱਚ ਵਾਵਾ ਜਿਹੜੀ ਤੇਜ਼ੀ ਵੇਖੀ ਗਈ ਹੈ। ਭਾਰਤ ਦੀ ਕਣਕ ਦੀ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਮੰਗ ਵਧੀ ਹੈ। ਭਾਰਤ ਦੀ ਖਰੀਦ ਵਰਸ਼ ਜਿਹੜਾ 2022-23 ਦੀ ਗੱਲ ਕੀਤੀ ਜਾਵੇ ਤਾਂ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 2015 ਰੁਪਏ ਕੁਇੰਟਲ ਹੈ, ਪਰ ਪਿਛਲੇ ਕਰੀਬ ਇੱਕ ਪਖਵਾੜੇ ਤੋਂ ਕਣਕ ਦੀਆਂ ਕੀਮਤਾਂ ਲਗਾਤਾਰ ਉੱਪਰ ਹੁੰਦੀਆਂ ਜਾ ਰਹੀਆਂ ਨੇ। ਤੇ ਗੱਲ ਕੀਤੀ ਜਾਵੇ ਯੂਕਰੇਨ ਦੀ ਰਾਜਧਾਨੀ ਕੀਵ ਦੀ, ਤਾਂ ਉੱਥੋਂ ਕਰੀਬ ਤੋਂ ਕਰੀਬ 4800 ਕਿਲੋਮੀਟਰ ਦੂਰ ਮੱਧ ਪ੍ਰਦੇਸ਼ ਦੀ ਮੰਡੀ ਮੰਦਸੌਰ ਪੈਂਦੀ ਹੈ, ਜਿਹੜੀ ਪਿਛਲੇ 10 ਦਿਨਾਂ ਤੋਂ ਲਗਾਤਾਰ ਉੱਥੇ ਰੇਟ ਵੱਧਦਾ ਹੀ ਜਾ ਰਿਹਾ ਹੈ। ਇਸ ਤਰ੍ਹਾਂ ਹੀ ਰੂਸ ਅਤੇ ਯੂਕਰੇਨ ਦੇ ਯੁੱਧ ਦੇ ਚੱਲਦਿਆਂ ਦੁਨੀਆ ਭਰ ਦੇ ਵਿੱਚ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਕਾਫੀ ਵਾਧਾ ਘਾਟਾ ਵੇਖਣ ਨੂੰ ਮਿਲਿਆ, ਕਿਉਂਕਿ ਇਹ ਦੋਵੇਂ ਦੇਸ਼ ਦੁਨੀਆ ਭਰ ਦੇ ਕਈ ਦੇਸ਼ਾਂ ਤੋਂ ਪੈਟਰੋਲ, ਜਿਵੇਂ ਪ੍ਰਾਕਿਰਤਿਕ ਗੈਸ, ਕਣਕ, ਸੂਰਜਮੁਖੀ ਸਣੇ ਕਈ ਚੀਜ਼ਾਂ ਦੇ ਪ੍ਰਮੁੱਖ ਜਿਹੜੇ ਇਹ ਨਿਰਯਾਤਕ ਵੀ ਨੇ। ਕਈ ਦੇਸ਼ਾਂ ਨੂੰ ਇਹ ਬਾਹਰ ਭੇਜਦੇ ਸਨ। ਅਮਰੀਕੀ ਖੇਤੀ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਰੂਸ ਦੁਨੀਆ ਵਿੱਚ ਦੂਜਾ ਸਭ ਤੋਂ ਵੱਡਾ ਕਣਕ ਨਿਰਯਾਤ ਕਰਨ ਵਾਲਾ ਦੇਸ਼ ਹੈ, ਜਦੋਂ ਕਿ ਯੂਕਰੇਨ ਇਸ ਮਾਮਲੇ ਦੇ ਵਿੱਚ ਦੁਨੀਆ ਦੇ ਵਿੱਚ ਚੌਥੇ ਨੰਬਰ ਤੇ ਹੈ। ਯੂਕਰੇਨ ਤੋਂ ਲੈ ਕੇ ਗੇਹੂੰ ਜਿਹੜੀ ਕਣਕ ਖਰੀਦੀ ਜਾਂਦੀ ਹੈ ਉਹ ਦੇਸ਼ ਨੇ ਪਾਕਿਸਤਾਨ, ਬੰਗਲਾਦੇਸ਼ ਤੇ ਇਸ ਤੋਂ ਲੈ ਕੇ ਕਈ ਖਾੜੀ ਦੇ ਦੇਸ਼ ਵੀ ਇਹਦੇ ਵਿੱਚ ਸ਼ਾਮਲ ਨੇ। ਯੁੱਧ ਦੇ ਚੱਲਦਿਆਂ ਇਹਨਾਂ ਦੋਵਾਂ ਦੇਸ਼ਾਂ ਦੇ ਕਾਰੋਬਾਰ ਠੱਪ ਹੋਣ ਦੇ ਨਾਲ ਦੁਨੀਆ ਭਰ ਦੇ ਜਿਹੜੇ ਨਿਰਯਾਤਕ ਨੇ ਕਣਕ ਦੇ, ਉੱਥੇ ਜਿਹੜੀ ਮੰਗ ਹੈ ਇਸ ਦੀ ਵੱਧਦੀ ਜਾਂਦੀ ਹੈ, ਉਹ ਮੰਗ ਵਧੇਰੇ ਕਰਨ ਲੱਗੇ ਨੇ। ਜਿਨ੍ਹਾਂ ਦੇਸ਼ਾਂ ਦੇ ਵਿੱਚ ਸੰਭਾਵਨਾਵਾਂ ਜਿਹੜੀ ਹੈ ਉਹ ਹੁਣ ਭਾਰਤ ਵੇਖ ਰਿਹਾ ਕਿ ਆਖਿਰ ਕਿਹੜੇ ਦੇਸ਼ਾਂ ਦੇ ਵਿੱਚ ਭਾਰਤ ਦਾ ਨਿਸ਼ਾਨਾ ਸਹੀ ਟਿਕਾਣੇ ਲੱਗ ਸਕਦਾ ਹੈ। ਵਿਸ਼ਵ ਬਾਜ਼ਾਰ ਦੇ ਵਿੱਚ ਕਣਕ ਦੀ ਕੀਮਤ
ਵਧਣ ਦੇ ਨਾਲ ਕਾਫੀ ਜ਼ਿਆਦਾ ਕੀਮਤ ਦੇਸ਼ ਦੇ ਵਿੱਚ ਵੀ ਇਸ ਦੀ ਵਧਣ ਲੱਗੀ ਹੈ। ਯੂਕਰੇਨ ਸੰਕਟ ਤੋਂ ਪਹਿਲਾਂ ਗਲੋਬਲ ਮਾਰਕੀਟ ਦੇ ਵਿੱਚ ਭਾਰਤ ਦੀ ਕਣਕ ਦਾ ਰੇਟ 300 ਤੋਂ ਲੈ ਕੇ 310 ਡਾਲਰ ਪ੍ਰਤੀ ਟਨ ਸੀ, ਜਿਹੜਾ ਕਿ 15 ਦਿਨਾਂ ਦੇ ਵਿੱਚ ਹੀ ਵੱਧ ਕੇ ਹੁਣ 360 ਡਾਲਰ ਪ੍ਰਤੀ ਟਨ ਹੋ ਗਿਆ ਹੈ। ਜੇ ਕਿਤੇ ਇੱਥੇ ਹੀ ਹਾਲਾਤ ਇਸੇ ਤਰ੍ਹਾਂ ਬਣਦੇ ਰਹੇ ਤਾਂ ਅਗਲੇ ਕੁਝ ਦਿਨਾਂ ਦੇ ਵਿੱਚ 400 ਡਾਲਰ ਪ੍ਰਤੀ ਟਨ ਕਣਕ ਦਾ ਰੇਟ ਜਿਹੜਾ ਭਾਰਤ ਦੀ ਦਾ ਉਹ ਪਹੁੰਚ ਜਾਵੇਗਾ। ਭਾਰਤ ਦੇ ਰੁਪਇਆ 2800 ਰੁਪਏ ਪ੍ਰਤੀ ਕੁਇੰਟਲ ਜਿਹੜੀ ਹੁਣ ਕਣਕ ਦੀ ਐਵਰੇਜ ਪੈਣ ਲੱਗੀ ਹੈ। ਕਿਸਾਨ ਅਤੇ ਭਾਰਤ ਦੇਸ਼ ਦੋਵਾਂ ਵਾਸਤੇ ਹੁਣ ਇਹ ਭਲੇ ਵਾਲੀ ਗੱਲ ਹੋਵੇਗੀ ਜੇਕਰ ਇਸ ਤਰ੍ਹਾਂ ਕੀਮਤ ਵਧਦੀ ਹੈ, ਕਿਉਂਕਿ ਹਾੜੀ ਦਾ ਸੀਜ਼ਨ ਸਿਰ ਤੇ ਹੈ, ਕਣਕ ਦੀ ਫਸਲ ਪੱਕਣ ਜਾ ਰਹੀ ਹੈ, ਕੁਝ ਥਾਵਾਂ ਦੇ ਉੱਪਰ ਪੱਕ ਚੁੱਕੀ ਹੈ। ਤਾਂ ਇਸ ਦੇ ਨਾਲ ਭਾਰਤ ਦੀ ਸਰਕਾਰ ਦੇ ਨਾਲ ਵਪਾਰੀ ਤੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਮੋਟਾ ਮੁਨਾਫਾ ਹੋ ਸਕਦਾ ਹੈ। ਜੇਕਰ ਇਹ ਯੁੱਧ ਲੰਬਾ ਚੱਲਦਾ ਹੈ ਤਾਂ ਕਣਕ ਦੇ ਵਿੱਚ ਜਿਹੜੇ ਕਣਕ ਦੇ ਖਰੀਦ ਦੇ ਵਿੱਚ ਸੰਬੰਧ ਰੱਖਦੇ ਨੇ ਵਪਾਰੀ, ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਐਵਰੇਜ 3500 ਰੁਪਏ ਤੋਂ ਵੀ ਉੱਪਰ ਕੀਮਤ ਹੋ ਸਕਦੀ ਹੈ, ਜਿਹੜੀ ਕਿ ਘੱਟੋ ਘੱਟ ਸਮਰਥਨ ਮੁੱਲ 2015 ਦਿੱਤਾ ਗਿਆ ਸਰਕਾਰ ਦੁਆਰਾ। ਤੇ ਦੇਸ਼ ਦੇ ਵਿੱਚ ਜਿਹੜੇ ਰਿਕਾਰਡ ਆਪਾਂ ਕਣਕ ਦੇ ਉਤਪਾਦਨ ਦੀ ਗੱਲ ਕਰੀਏ ਤਾਂ ਕਰੋਨਾ ਦੀ ਤੀਜੀ ਲਹਿਰ ਤੋਂ ਉੱਭਰੇ ਹੋਏ ਦੇਸ਼ ਵਾਸਤੇ ਇਹ ਇੱਕ ਚੰਗੀ ਖਬਰ ਹੈ। ਦੇਸ਼ ਵਿੱਚ ਸਾਲ 2021-22 ਦੇ ਰਿਕਾਰਡ ਜਿਹੜੇ ਖਾਦ ਪਦਾਰਥ ਸਨ ਉਹ 316.06 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਸਾਲ 2021-22 ਦੇ ਵਿੱਚ 111.32 ਮਿਲੀਅਨ ਟਨ ਕਣਕ ਦਾ ਉਤਪਾਦਨ ਜਿਹੜਾ ਹੈ ਉਹਨੂੰ ਅਨੁਮਾਨ ਲਗਾਇਆ ਜਾ ਰਿਹਾ ਹੈ, ਜਿਹੜਾ ਕਿ ਸਾਲ 2020-21 ਦੇ ਵਿੱਚ 109.5 ਮਿਲੀਅਨ ਟਨ ਤੋਂ 1.82 ਮਿਲੀਅਨ ਟਨ ਭਾਵ 18.02 ਲੱਖ ਟਨ ਜ਼ਿਆਦਾ ਹੋਵੇਗਾ। ਸਾਲ 2020-21 ਦੇ ਵਿੱਚ 343 ਲੱਖ ਹੈਕਟੇਅਰ ਦੇ ਵਿੱਚ ਕਣਕ ਦੀ ਬਿਜਾਈ ਹੋਈ ਸੀ। ਦੇਸ਼ ਵਿੱਚ ਨਵੀਂ ਫਸਲ 15 ਮਾਰਚ ਤੋਂ ਬਾਅਦ ਆਉਣੀ ਸ਼ੁਰੂ ਹੋ ਜਾਂਦੀ ਹੈ, ਲੇਕਿਨ ਇਸ ਵਾਰੀ ਜ਼ਿਆਦਾਤਰ ਸਟੇਟਾਂ ਦੇ ਵਿੱਚ ਗੇਹੂੰ ਦੀ ਫਸਲ ਮੌਸਮੀ ਕਾਰਨਾਂ ਕਰਕੇ ਲੇਟ ਹੋਈ ਹੈ, ਕਿਉਂਕਿ ਬਿਜਾਈ ਕਾਫੀ ਲੇਟ ਹੋਈ ਸੀ, ਜਿਨ੍ਹਾਂ ਦੇ ਵਿੱਚੋਂ ਪੰਜਾਬ ਹਰਿਆਣਾ ਵੀ ਮੁੱਖ ਤੌਰ ਤੇ ਨੇ। ਕਿਸਾਨਾਂ ਦੀ ਉਪਜ ਦੀ ਖਰੀਦ ਅਤੇ ਖਾਦ ਸੁਰੱਖਿਆ ਯੋਜਨਾ ਦੇ ਲਈ ਜਿਹੜੇ ਜ਼ਰੂਰਤਾਂ ਦੇ ਅਨੁਸਾਰ ਪੂਰਾ ਕਰਨ ਲਈ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਤੇ ਗੇਹੂੰ ਕਹਿ ਲਈਏ ਕਣਕ ਅਤੇ ਝੋਨੇ ਦੀ ਖਰੀਦ ਕਰਦੀ ਹੈ। ਕਿਸਾਨ ਅਤੇ ਵਪਾਰੀਆਂ ਦੇ ਇੱਕ ਵਰਗ ਨੂੰ ਲੱਗ ਰਿਹਾ ਕਿ ਸੰਭਾਵਨਾ ਹੈ ਕਿ ਸਰਕਾਰੀ ਖਰੀਦ ਦੀ ਪੂਰਤੀ ਅਤੇ ਮਹਿੰਗਾਈ ਨੂੰ ਵੇਖਦੇ ਹੋਏ ਸਰਕਾਰ ਨਿਰਯਾਤ ਤੇ ਕੁਝ ਰੋਕ ਲਗਾ ਸਕਦੀ ਹੈ ਕੁਝ ਸਮੇਂ ਲਈ, ਲੇਕਿਨ ਅੰਕੜੇ ਅਤੇ ਹਾਲਾਤ ਇਸ ਦੀ ਗਵਾਹੀ ਨਹੀਂ ਦਿੰਦੇ। ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਜਾਣੀ ਹੈ ਤੇ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਤੋਂ ਕਣਕ ਖਰੀਦੀ ਜਾਂਦੀ ਹੈ, ਜਿੱਥੇ ਕਿ ਪ੍ਰਾਈਵੇਟ ਕਾਰੋਬਾਰ ਘੱਟ ਹੁੰਦਾ ਹੈ ਕਿਉਂਕਿ ਉਸ ਤੇ ਟੈਕਸ ਜ਼ਿਆਦਾ ਹੈ, ਜਦੋਂ ਕਿ ਐਕਸਪੋਰਟਰ ਦੀ ਪਸੰਦ ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਸਣੇ ਕੁਝ ਹੋਰ ਰਾਜ ਹੁੰਦੇ ਨੇ। ਇਸ ਤੋਂ ਇਲਾਵਾ ਸਰਕਾਰ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕਰੇਗੀ, ਜਿਸ ਦੇ ਵਿੱਚ ਅਜੇ ਕੁਝ ਦਿਨ ਨੇ। 2 ਸਾਲ ਤੋਂ ਮੁਫਤ ਦੇ ਵਿੱਚ ਵੰਡੇ ਜਾ ਰਹੇ ਅਨਾਜ ਦੇ ਬਾਵਜੂਦ ਸਰਕਾਰੀ ਗੋਦਾਮਾਂ ਵਿੱਚ ਅਨਾਜ ਵੀ ਕਾਫੀ ਜ਼ਿਆਦਾ ਪਿਆ। ਦੂਜੇ ਪਾਸੇ ਅਪ੍ਰੈਲ ਦੇ ਵਿੱਚ ਬੰਪਰ ਫਸਲ ਆਉਣ ਵਾਲੀ ਹੈ, ਸੋ ਸਰਕਾਰ ਦਾ ਇਸ ਪਾਸੇ ਜ਼ਰੂਰ ਧਿਆਨ ਹੋ ਰਿਹਾ ਹੈ ਕਿ ਕਿਉਂ ਨਾ ਜੇਕਰ ਵਿਸ਼ਵ ਦੇ ਵਿੱਚ ਇਸ ਦੀ ਮੰਗ ਵੱਧਦੀ ਹੈ, ਉੱਥੇ ਕੁਝ ਕੋਟੇ ਨੂੰ ਜਿਹੜਾ ਰਿਜ਼ਰਵ ਹੈ ਉਸ ਦੇ ਵਿੱਚੋਂ ਘਟਾ ਕੇ ਉਸ ਨੂੰ ਵਿਦੇਸ਼ ਦੇ ਵਿੱਚ ਭੇਜਿਆ ਜਾਵੇ। ਜੇਕਰ ਅਜਿਹਾ ਹੋ ਜਾਂਦਾ ਪੱਕੇ ਤੌਰ ਤੇ ਤਾਂ ਇਹ ਇਸ ਗੱਲ ਜ਼ਰੂਰ ਹੋਵੇਗੀ ਕਿ ਦੇਸ਼ ਦੇ ਵਿੱਚ ਕਿਸਾਨਾਂ ਦੀ ਉਪਜ ਜਿਹੜੀ ਹੈ ਉਹ ਉੱਚੇ ਰੇਟ ਤੇ ਵਿਕ